ਵੈਲਕਮ ਟੂ ਰਾਣਾ ਅਕੈਡਮੀ ਗੜਸ਼ੰਕਰ। ਅੱਜ ਦੇ ਜਿਹੜੇ ਸਾਡੇ ਟੌਪਿਕ ਹੈ ਇਲੈਕਟ੍ਰਿਕ ਚਾਰਜ, ਇਲੈਕਟ੍ਰੋਸਟੈਟਿਕਸ ਐਂਡ ਇਲੈਕਟ੍ਰੋਡਾਇਨਾਮਿਕਸ। ਸਭ ਤੋਂ ਪਹਿਲੇ ਅਸੀਂ ਸਟਾਰਟ ਕਰਾਂਗੇ ਇਲੈਕਟ੍ਰਿਕ ਚਾਰਜ। ਹੁਣ ਇਲੈਕਟ੍ਰਿਕ ਚਾਰਜ ਨੂੰ ਐਕਸਪਲੇਨ ਕਰਨ ਤੋਂ ਪਹਿਲੇ ਅਸੀਂ ਇੱਕ ਐਗਜ਼ਾਮਪਲ ਲੈਣੇ ਹੈ। ਮੰਨ ਲਓ ਇੱਕ ਸਟੂਡੈਂਟ ਹੈ, ਉਹ ਆਪਣੀਆਂ ਸਾਰੀਆਂ ਪ੍ਰੋਬਲਮ ਈਜ਼ੀਲੀ ਸੋਲਵ ਕਰ ਲੈਂਦਾ, ਤਾਂ ਅਸੀਂ ਕਹਿ ਸਕਦੇ ਹਾਂ ਉਸ ਸਟੂਡੈਂਟ ਦੇ ਕੋਲ ਕੋਈ ਇਸ ਤਰ੍ਹਾਂ ਦੀ ਚੀਜ਼ ਹੈ, ਕੋਈ ਇਸ ਤਰ੍ਹਾਂ ਦੀ ਪ੍ਰੋਪਰਟੀ ਹੈ ਜਿਸ ਦੇ ਕਰਕੇ ਉਹ ਆਪਣੀਆਂ ਪ੍ਰੋਬਲਮ ਈਜ਼ੀਲੀ ਸੋਲਵ ਕਰ ਲੈਂਦਾ। ਤਾਂ ਉਸ ਪ੍ਰੋਪਰਟੀ ਨੂੰ ਅਸੀਂ ਕਹਿ ਦਿੰਦੇ ਹਾਂ ਇੰਟੈਲੀਜੈਂਸੀ। ਇਟ ਮੀਨਸ ਇੰਟੈਲੀਜੈਂਸੀ is the property of the student due to which he or she can solve their problems। एक और एग्जांपल, मान लो ਜਿਹੜਾ स्टूडेंट है ਉਹ ਰਨ ਕਰਦਾ ਹੈ 1 आवर कंटिन्यूसली, लेकिन सारे स्टूडेंट तो इस तरह नहीं कर सकते, तो ਅਸੀਂ ਕਹਿ ਸਕਦੇ ਹਾਂ ਉਸ ਬੱਚੇ ਦੇ ਕੋਲ ਕੋਈ ਇਸ ਤਰ੍ਹਾਂ ਦੀ ਪ੍ਰੋਪਰਟੀ ਹੈ ਜਿਸ ਦੇ ਕਰਕੇ ਉਹ ਰਨ ਕਰਦਾ ਹੈ for 1 आवर कंटिन्यूसली। ਤਾਂ ਉਸ ਪ੍ਰੋਪਰਟੀ ਨੂੰ ਅਸੀਂ ਨਾਮ ਦੇ ਦਿੱਤਾ ਸਟੈਮਿਨਾ। इथों डेफिनेशन बन जानी स्टैमिना दी। Stamina is the property of the child due to which he or she can run for 1 hour continuously। इसी तरह से इलैक्ट्रिक चार्ज ਨੂੰ एक्सप्लेन ਕਰਨ ਲਈ ਅਸੀਂ ਤਿੰਨ ਮਟੀਰੀਅਲ ਕੰਸੀਡਰ ਕਰਾਂਗੇ 1 by 1 ABC। ओके, सो ਅਸੀਂ ਸਭ ਤੋਂ ਪਹਿਲੇ ਕੰਸੀਡਰ ਕੀਤਾ ਇਹ ਸਾਡੇ ਕੋਲ ਤਿੰਨ ਪੋਲੀਥੀਨ ਦੇ ਪੀਸ ਹੈ 1 2 ਐਂਡ 3। ਹੁਣ ਅਸੀਂ ਸਭ ਤੋਂ ਪਹਿਲੇ A ਮਟੀਰੀਅਲ ਰੱਖਦੇ ਹਾਂ। ਹੁਣ ਜਦੋਂ ਅਸੀਂ A ਮਟੀਰੀਅਲ ਪਲੇਸ ਕੀਤਾ ਤਾਂ A ਪੋਲੀਥੀਨ ਪੀਸ ਨੂੰ ਨਾ ਤਾਂ ਅਟਰੈਕਟ ਕਰਿਆ ਤੇ ਨਾ ਹੀ ਰਿਪੈਲ। ਇਟ ਮੀਨਸ A ਹੈਜ਼ ਨੋ ਇਫੈਕਟ ਔਨ ਦਾ ਪੋਲੀਥੀਨ ਪੀਸ। ਹੁਣ ਅਸੀਂ B ਮਟੀਰੀਅਲ ਨੂੰ ਪਲੇਸ ਕਰਦੇ ਨੇ। ਜਦੋਂ ਅਸੀਂ B ਮਟੀਰੀਅਲ ਨੂੰ ਪਲੇਸ ਕਰ ਰਹੇ ਹਾਂ ਤਾਂ B ਪੋਲੀਥੀਨ ਪੀਸ ਨੂੰ ਅਟਰੈਕਟ ਕਰ ਰਿਹਾ। ਇਟ ਮੀਨਸ B ਦੇ ਕੋਲ ਕੋਈ ਇਸ ਤਰ੍ਹਾਂ ਦੀ ਪ੍ਰੋਪਰਟੀ ਹੈ ਜਿਹੜੀ ਇਲੈਕਟ੍ਰੀਕਲ ਅਟਰੈਕਟਿਵ ਫੋਰਸ ਨੂੰ ਪ੍ਰੋਡਿਊਸ ਕਰਦੀ ਹੈ, ਤਾਂ ਉਸ ਪ੍ਰੋਪਰਟੀ ਨੂੰ ਅਸੀਂ ਕਹਿ ਦਿੱਤਾ ਇਲੈਕਟ੍ਰਿਕ ਚਾਰਜ। ਤੇ ਇਥੋਂ ਅਸੀਂ ਡੈਫੀਨੇਸ਼ਨ ਬਣਾ ਸਕਦੇ ਹਾਂ ਇਲੈਕਟ੍ਰਿਕ ਚਾਰਜ ਇਜ਼ ਦਾ ਪ੍ਰੋਪਰਟੀ ਆਫ ਦਾ ਮਟੀਰੀਅਲ B ਡਿਊ ਟੂ ਵਿਚ ਇਲੈਕਟ੍ਰੀਕਲ ਅਟਰੈਕਟਿਵ ਫੋਰਸ ਇਜ਼ ਪ੍ਰੋਡਿਊਸਡ। ਹੁਣ ਅਸੀਂ C ਮਟੀਰੀਅਲ ਪਲੇਸ ਕਰਦੇ ਹਾਂ। ਇਹਦਾ ਮਤਲਬ ਇਹ ਮਟੀਰੀਅਲ, ਹੁਣ ਜਿਹੜਾ C ਮਟੀਰੀਅਲ ਹੈ ਉਹ ਪੋਲੀਥੀਨ ਪੀਸ ਨੂੰ ਰਿਪੈਲ ਕਰ ਰਿਹਾ। ਇਟ ਮੀਨਸ C ਦੇ ਕੋਲ ਕੋਈ ਇਸ ਤਰ੍ਹਾਂ ਦੀ ਪ੍ਰੋਪਰਟੀ ਹੈ ਜਿਸ ਦੇ ਕਰਕੇ ਇਲੈਕਟ੍ਰੀਕਲ ਰਿਪਲਸਿਵ ਫੋਰਸ ਪ੍ਰੋਡਿਊਸ ਹੋ ਗਈ ਹੈ। ਤਾਂ ਉਸ ਪ੍ਰੋਪਰਟੀ ਨੂੰ ਅਸੀਂ ਫਿਰ ਤੋਂ ਕਹਿ ਦਿੱਤਾ ਇਲੈਕਟ੍ਰਿਕ ਚਾਰਜ। ਤਾਂ ਨਵੀਂ ਡੈਫੀਨੇਸ਼ਨ ਸਾਡੇ ਕੋਲ ਬਣ ਜਾਣੀ ਇਲੈਕਟ੍ਰਿਕ ਚਾਰਜ ਦੀ। ਇਲੈਕਟ੍ਰਿਕ ਚਾਰਜ ਇਜ਼ ਦਾ ਪ੍ਰੋਪਰਟੀ ਆਫ ਦਾ ਮਟੀਰੀਅਲ C ਡਿਊ ਟੂ ਵਿਚ ਇਲੈਕਟ੍ਰੀਕਲ ਰਿਪਲਸਿਵ ਫੋਰਸ ਇਜ਼ ਪ੍ਰੋਡਿਊਸਡ। ਤਾਂ ਸਾਡੇ ਕੋਲ ਚਾਰਜ ਦੀਆਂ ਦੋ ਡੈਫੀਨੇਸ਼ਨਸ ਬਣ ਗਈਆਂ। ਹੁਣ ਅਸੀਂ ਦੋਨਾਂ ਨੂੰ ਕੰਬਾਈਨ ਕਰ ਦਿੰਨੇ, ਤਾਂ ਇੱਥੋਂ ਸਾਡੇ ਕੋਲ ਨਵੀਂ ਡੈਫੀਨੇਸ਼ਨ ਬਣ ਜਾਏਗੀ ਚਾਰਜ ਇਜ਼ ਦਾ ਪ੍ਰੋਪਰਟੀ ਆਫ ਦਾ ਮੈਟਰ ਡਿਊ ਟੂ ਵਿਚ electrical repulsive forces or electrical attractive forces are produced। ਹੁਣ ਇੱਥੇ ਸਾਡੇ ਕੋਲ ਜਿਹੜਾ electrical repulsive forces ਤੇ electrical attractive forces ਹੈ, ਇਹਨਾਂ ਦੋਨਾਂ ਨੂੰ ਕੰਬਾਈਨਡ ਫਾਰਮ ਦੇ ਵਿੱਚ ਅਸੀਂ ਕਹਿ ਸਕਦੇ ਹਾਂ electrical effects। ਸੋ ਨਵੀਂ ਡੈਫੀਨੇਸ਼ਨ ਸਾਡੇ ਕੋਲ ਬਣ ਜਾਏਗੀ ਚਾਰਜ is the property of the matter due to which electrical effects are produced। ਹੁਣ ਅਸੀਂ ਪੜ੍ਹਨੇ ਹੈ ਟਾਈਪਸ ਆਫ ਚਾਰजेस। ਜਿਸ ਤਰ੍ਹਾਂ ਅਸੀਂ ਲੋਅਰ ਕਲਾਸਿਸ ਦੇ ਵਿੱਚ ਪੜ੍ਹ ਚੁੱਕੇ ਹਾਂ ਜਿਹੜੇ ਚਾਰजेस ਹੁੰਦੇ ਹੈ ਉਹ ਟੂ ਟਾਈਪਸ ਦੇ ਹੁੰਦੇ ਹੈ, ਪੋਜ਼ਿਟਿਵ ਚਾਰजेस ਐਂਡ ਨੈਗੇਟਿਵ ਚਾਰजेस। ਹੁਣ ਅਸੀਂ ਦੇਖਣਾ ਚਾਹੁੰਦੇ ਹਾਂ ਜਿਹੜੇ ਚਾਰजेस ਹੈ ਇਹਨਾਂ ਦੇ ਵਿਚਕਾਰ ਜਿਹੜੀਆਂ ਫੋਰਸਿਸ ਹੁੰਦੀਆਂ ਉਹਨਾਂ ਦੀ ਨੇਚਰ ਕੀ ਹੈ। ਨੇਚਰ ਮੀਨਸ ਅਟਰੈਕਟਿਵ ਹੈ ਜਾਂ ਫਿਰ ਰਿਪਲਸਿਵ ਹੈ। ਹੁਣ ਅਸੀਂ ਐਨੀਮੇਸ਼ਨ ਦੇਖਦੇ ਹਾਂ। ਇਹ ਸਾਡੇ ਕੋਲ 3 ਐਨੀਮੇਸ਼ਨਸ। ਜੇ ਅਸੀਂ टॉप वाली एनीमेशन देखिए तो इत्थे एक पॉजिटिव चार्ज है, दूसरा भी पॉजिटिव चार्ज है, तो दोनों रिपेल कर रहे हैं। इट मीन्स पॉजिटिव पॉजिटिव दे विचकार केड़ी फोर्स होएगी, रिपल्सिव फोर्स। सैकंड एनीमेशन जिहड़ी नेगेटिव नेगेटिव है उन्हां दे विचकार भी रिपल्सिव फोर्स ही है। पर जे असीं थर्ड एनीमेशन नूं देखांगे तो पॉजिटिव नेगेटिव की कर रहे एक दूसरे नूं अट्रैक्ट, तो इन्हां दे विचकार फोर्स होएगी अट्रैक्टिव। ਤਾਂ ਇੱਥੋਂ ਅਸੀਂ ਕਹਿ ਸਕਦੇ ਹਾਂ ਜਿਹੜੇ ਸਿਮਿਲਰ ਚਾਰਜ ਹੈ ਜਾਂ ਲਾਈਕ ਚਾਰजेस ਹੈ ਉਹਨਾਂ ਦੇ ਵਿਚਕਾਰ ਜਿਹੜੀ ਫੋਰਸ ਹੈ ਉਹ ਰਿਪਲਸਿਵ ਹੈ। ਇਟ ਮੀਨਸ ਅਸੀਂ ਕਹਿ ਸਕਦੇ ਹਾਂ ਲਾਈਕ ਚਾਰजेस ਰਿਪੈਲ ਈਚ ਅਦਰ, ਲੇਕਿਨ ਅਨਲਾਈਕ ਚਾਰजेस ਅਟਰੈਕਟ ਈਚ ਅਦਰ। ਨਾउ मिनिमम पॉसिबल इंडिपेंडेंट चार्ज एंड इट्स यूनिट्स।
ਹੁਣ ਹਰ ਇੱਕ ਚੀਜ਼ ਦੀ ਕੋਈ ਨਾ ਕੋਈ ਮਿਨੀਮਮ ਵੈਲਿਊ ਹੁੰਦੀ ਹੈ। ਜਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਮਿਨੀਮਮ ਪਾਸ ਪਰਸੈਂਟੇਜ, ਆਨਸਰ 33%। ਨੰਬਰ ਆਫ ਮੈਂਬਰ ਇਨ ਅ ਫੈਮਿਲੀ, ਸੋ ਮਿਨੀਮਮ ਕਿੰਨੇ ਹੁੰਦੇ ਹੈ 1। ਇਸੇ ਤਰ੍ਹਾਂ ਚਾਰਜ ਦੀ ਵੀ ਕੋਈ ਨਾ ਕੋਈ ਮਿਨੀਮਮ ਵੈਲਿਊ ਹੈ ਤੇ ਉਸ ਤੇ ਕੋਈ ਨਾ ਕੋਈ ਯੂਨਿਟ ਵੀ ਹੋਣਗੇ। ਜਿਸ ਤਰ੍ਹਾਂ ਲੈਂਥ ਦੇ ਯੂਨਿਟਸ ਮੀਟਰ, ਟਾਈਮ ਦੇ ਸੈਕਿੰਡ, ਇਸ ਤਰ੍ਹਾਂ ਜਿਹੜੇ ਚਾਰਜ ਦੇ ਯੂਨਿਟ ਹੈ ਉਹ ਹੈ ਕੂਲਮ। ਤਾਂ ਅਸੀਂ ਕਹਿ ਸਕਦੇ ਹਾਂ SI unit of charge is coulomb. Now, minimum possible independent negative charge, ਇਸ ਦੀ ਵੈਲਿਊ ਹੈ -1.6 into 10 raised per -19 ਕੂਲਮ। ਹੁਣ ਜਿਹੜਾ ਇਹ ਵਾਲਾ ਨੰਬਰ ਹੈ 1.6 into 10 raised per -19 ਕੂਲਮ, ਇਸ ਨੂੰ ਅਸੀਂ ਲਿਖ ਦਿੰਨੇ ਹੈ E, ਤਾਂ ਵੈਲਿਊ ਬਣ ਜਾਏਗੀ ਸਾਡੇ ਕੋਲ -E। ਹੁਣ ਇਹ -E ਕਿਸ ਦਾ ਚਾਰਜ ਹੈ? ਇਹ ਹੈ ਚਾਰਜ ਔਨ ਐਨ ਇਲੈਕਟ੍ਰੋਨ। ਇਸੇ ਤਰ੍ਹਾਂ ਮਿਨੀਮਮ ਪੋਸੀਬਲ ਇੰਡੀਪੈਂਡੈਂਟ ਪੋਜ਼ਿਟਿਵ ਚਾਰਜ, ਇਸ ਦੀ ਵੈਲਿਊ ਹੈ +1.6 into 10 raised per -19 ਕੂਲਮ। ਹੁਣ ਜਿਹੜਾ ਇਹ ਵਾਲਾ ਫਿਰ ਤੋਂ ਨੰਬਰ ਹੈ 1.6 into 10 to the -19 ਕੂਲਮ, ਇਸ ਨੂੰ ਅਸੀਂ ਲਿਖ ਸਕਦੇ ਹਾਂ E, ਤਾਂ ਆਨਸਰ ਸਾਡਾ ਆ ਜਾਣਾ ਇਕੁਅਲ ਟੂ +E, ਇਹ ਹੈ ਚਾਰਜ ਔਨ ਅ ਪ੍ਰੋਟੋਨ। ਹੁਣ ਚਾਰਜ ਔਨ ਐਨ ਇਲੈਕਟ੍ਰੋਨ ਤੇ ਚਾਰਜ ਔਨ ਅ ਪ੍ਰੋਟੋਨ, ਇਹ ਮਿਨੀਮਮ ਪੋਸੀਬਲ ਵੈਲਿਊ ਹੈ, ਇਸ ਤੋਂ ਘੱਟ ਵੈਲਿਊ ਨਹੀਂ ਹੋ ਸਕਦੀ। ਤਾਂ ਅਸੀਂ ਕਹਿ ਦਿੰਦੇ ਹੈ ਚਾਰਜ ਔਨ ਐਨ ਇਲੈਕਟ੍ਰੋਨ ਔਰ ਚਾਰਜ ਔਨ ਅ ਪ੍ਰੋਟੋਨ are known as basic charges. So ਸਾਡੇ ਕੋਲ ਇੱਥੇ ਦੋ ਸੈੱਟ ਹੈ, set 1 and set 2। set 1 ਦੇ ਵਿੱਚ ਸਾਡੇ ਕੋਲ 3 ਚਾਰजेस ਹੈ, 5 ਕੂਲਮ, 5 ਕੂਲਮ and 5 ਕੂਲਮ, ਤੇ set 2 ਦੇ ਵਿੱਚ ਵੀ ਹੈ। ਹੁਣ ਇਹਨਾਂ 'ਚ ਬੇਸਿਕ ਡਿਫਰੈਂਸ ਕੀ ਹੈ? ਜਿਹੜਾ set 1 ਹੈ ਉਸ ਦੇ ਸਾਰੇ ਚਾਰजेस at rest ਹੈ, ਲੇਕਿਨ ਜਿਹੜਾ set 2 ਹੈ ਇਹ ਚਾਰजेस in motion ਹੈ। ਹੁਣ ਸਾਨੂੰ ਕੋਈ ਕਹਿ ਸਕਦਾ ਹੈ ਜਿਹੜੇ ਚਾਰजेस at rest ਹੈ in set 1 ਉਸ ਦੀ ਸਟੱਡੀ ਕਰੋ। ਸਟੱਡੀ ਮੀਨਸ ਕਿੰਨੀ ਫੋਰਸ ਸਪਲਾਈ ਕਰਦੇ ਆ, ਕਿੰਨਾ ਚਾਰजेस ਹੈ, ਤਾਂ ਇਸ ਨੂੰ ਅਸੀਂ ਕਹਿ ਦਿੰਦੇ ਇਲੈਕਟ੍ਰੋਸਟੈਟਿਕਸ। ਤਾਂ ਡੈਫੀਨੇਸ਼ਨ ਸਾਡੇ ਕੋਲ ਬਣ ਜਾਏਗੀ ਸਟੱਡੀ ਆਫ ਇਲੈਕਟ੍ਰਿਕ ਚਾਰजेस at rest is called electrostatics। ਇਸੇ ਤਰ੍ਹਾਂ ਸਟੱਡੀ ਆਫ ਚਾਰजेस in motion is called electrodynamics। Thanks.